ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਵਿਚਾਰਨੀਆਂ ਨੇ, ਦੁਨੀਆ ਭਰ ਦੀਆਂ ਕੁਝ ਅਹਿਮ ਅਤੇ ਵੱਡੀਆਂ ਖਬਰਾਂ ਨੇ। ਸਭ ਤੋਂ ਪਹਿਲੀ ਖਬਰ, ਦੁਨੀਆ ਦਾ ਵਕਾਰੀ ਪੁਰਸਕਾਰ ਸਾਹਿਤ ਪੁਰਸਕਾਰ ਉਸ ਦਾ ਐਲਾਨ ਕਰ ਦਿੱਤਾ ਗਿਆ ਹੈ। ਅਗਲੀ ਖਬਰ, ਹਾਥਰਸ ਦੇ ਵਿੱਚ ਇੱਕ ਦਰਿੰਦਗੀ ਭਰੀ ਘਟਨਾ ਵਾਪਰੀ, ਉਸ ਨੂੰ ਲੈ ਕੇ ਸਿਆਸਤ ਵੀ ਸਿਖਰਾਂ ਤੇ ਹੈ ਅਤੇ ਅਦਾਲਤਾਂ ਦੇ ਵਿੱਚ ਕੇਸ ਵੀ ਵੱਖੋ ਵੱਖ ਤਰੀਕੇ ਨਾਲ ਪੇਸ਼ ਕੀਤੇ ਜਾ ਰਹੇ ਨੇ। ਪਰ ਹੁਣ ਮੁੱਖ ਦੋਸ਼ੀ ਜਿਸ ਨੂੰ ਐਲਾਨਿਆ ਗਿਆ ਹੈ, ਉਸ ਵਿਅਕਤੀ ਨੇ ਜੇਲ੍ਹ ਦੇ ਵਿੱਚੋਂ ਇੱਕ ਚਿੱਠੀ ਲਿਖ ਕੇ ਭੇਜੀ ਹੈ। ਚਿੱਠੀ ਦੇ ਵਿੱਚ ਉਸਨੇ ਕੁਝ ਅਹਿਮ ਖੁਲਾਸੇ ਕਰ ਦਿੱਤੇ ਹੈ। ਤੇ ਇੱਕ ਯੂਰਪ ਦੇ ਵਿੱਚੋਂ ਖਬਰ ਮਿਲ ਰਹੀ ਹੈ, ਯੂਰਪ ਦੇ ਵਿੱਚ ਕੁਝ ਭਿਖਾਰੀ ਸੀ, ਪਤਾ ਨਹੀਂ ਸੀ ਕਿ ਕਿਵੇਂ ਉਹਨਾਂ ਦੀ ਕਿਸਮਤ ਨੇ ਪਲਟੀ ਮਾਰ ਜਾਣੀ ਹੈ। ਮਿੰਟਾਂ ਸੈਕਿੰਟਾਂ ਦੇ ਵਿੱਚ ਉਹਨਾਂ ਦੀ ਕਿਸਮਤ ਕਿਵੇਂ ਬਦਲੀ, ਖਬਰ ਬੜੀ ਦਿਲਚਸਪ ਹੈ, ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਅਗਲੀ ਖਬਰ ਬਠਿੰਡਾ ਜ਼ਿਲ੍ਹੇ ਦੇ ਵਿੱਚੋਂ ਮਿਲ ਰਹੀ ਹੈ, ਬੜੀ ਮੰਦਭਾਗੀ ਖਬਰ ਹੈ। ਇੱਕ ਗਰੀਬ ਵਿਅਕਤੀ ਨੇ ਆਪਣੀ ਵੀ ਜਾਨ ਲੈ ਲਈ ਹੈ ਅਤੇ ਆਪਣੇ 3 ਬੱਚਿਆਂ ਦੀ ਵੀ ਜਾਨ ਲੈ ਲਈ ਹੈ। ਕਾਰਨ ਇੱਕ 8 ਸਫ਼ਿਆਂ ਦੇ ਨੋਟ ਦੇ ਵਿੱਚ ਦੱਸ ਕੇ ਗਿਆ, ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਮਿਲ ਰਹੀ ਆ, ਉਹ ਵੀ ਪੰਜਾਬ ਦੀ ਖਬਰ ਹੈ। ਪੰਜਾਬ ਦੇ ਵਿੱਚ ਗ੍ਰਾਮ ਸਭਾਵਾਂ ਮਤੇ ਪਾਉਣ ਲੱਗ ਪਈਆਂ ਨੇ ਅਤੇ ਕਿਸਾਨ ਜਥੇਬੰਦੀਆਂ ਦੇ ਹਵਾਲੇ ਕਰਨ ਲੱਗ ਪਈਆਂ ਨੇ। ਤੇ ਇੱਕ ਹੋਰ ਬੜੀ ਆਪਣੇ ਆਪ ਦੇ ਵਿੱਚ ਅਜੀਬ ਜੀ ਖਬਰ ਹੈ। ਇੱਕ ਔਰਤ ਜਿਸ ਦਾ ਪਰਿਵਾਰ ਨੇ ਸੰਸਕਾਰ ਵੀ ਕਰ ਦਿੱਤਾ, ਪਰ 4 ਸਾਲਾਂ ਬਾਅਦ ਆਪਣੇ ਘਰ ਪਰਤੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਹੋਇਆ ਕਿਵੇਂ। ਬੜੀ ਅਹਿਮ ਅਤੇ ਦਿਲਚਸਪ ਦੇ ਨਾਲ ਗੰਭੀਰ ਖਬਰ ਹੈ, ਇਹਦੇ ਤੇ ਚਰਚਾ ਕਰਾਂਗੇ। ਅਗਲੀ ਖਬਰ, ਹੁਣ ਕਹਿੰਦੇ 1 ਲੱਖ ਰੁਪਏ ਦਾ ਨੋਟ ਛਪਣਾ ਹੈ। ਕਿਹੜਾ ਮੁਲਕ ਛਾਪ ਰਿਹਾ ਤੇ ਕਿਉਂ ਛਾਪ ਰਿਹਾ ਹੈ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਪਰ ਉਸ ਤੋਂ ਪਹਿਲਾਂ, ਜੇਕਰ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਅਤੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਨੱਪ ਲਿਓ, ਤਾਂ ਕਿ ਰੋਜ਼ਾਨਾ ਦੀਆਂ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ। ਇਹਦੇ ਨਾਲ ਹੀ, ਜੇਕਰ ਸਾਰੀ ਵੀਡੀਓ ਦੇਖਣ ਤੋਂ ਬਾਅਦ ਚੰਗੀ ਲੱਗੀ, ਫਿਰ ਲਾਈਕ ਵੀ ਜ਼ਰੂਰ ਕਰ ਦਿਓ ਤੇ ਸ਼ੇਅਰ ਕਰਨ ਦੀ ਵੀ ਕੋਈ ਕਸਰ ਨਾ ਰੱਖਿਓ। ਹੁਣ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਅਵਾਰਡ ਨੋਬਲ ਪ੍ਰਾਈਜ਼, ਨੋਬਲ ਪੁਰਸਕਾਰ, ਸਾਲ 2020 ਦੇ ਸਾਹਿਤ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ। ਇਹ ਸਾਹਿਤ ਪੁਰਸਕਾਰ ਅਮਰੀਕਾ ਦੀ ਇੱਕ ਕਵਿੱਤਰੀ, ਜਿਸ ਦਾ ਨਾਮ ਲੂਈਸ ਗਲੂਕ ਦੱਸਿਆ ਜਾ ਰਿਹਾ ਹੈ, ਇਸ ਕਵਿੱਤਰੀ ਦੇ ਹਿੱਸੇ ਇਹ ਆ ਗਿਆ। ਸਵੀਡਿਸ਼ ਅਕੈਡਮੀ ਨੇ ਪੁਰਸਕਾਰ ਦਾ ਐਲਾਨ ਕਰਦਿਆਂ ਕਿਹਾ ਕਿ ਲੂਈਸ ਨੂੰ ਉਹਨਾਂ ਦੀ ਸ਼ਾਨਦਾਰ ਕਾਵਿਕ ਆਵਾਜ਼ ਦੇ ਲਈ ਇਹ ਅਵਾਰਡ, ਇਹ ਸਨਮਾਨ ਪੇਸ਼ ਕੀਤਾ ਜਾ ਰਿਹਾ ਹੈ, ਜਿਹੜਾ ਨਿੱਜੀ ਹੋਂਦ ਨੂੰ ਸੁੰਦਰਤਾ ਦੇ ਨਾਲ ਸਰਵ ਵਿਆਪਕ ਬਣਾਉਂਦਾ ਹੈ। ਤੇ ਕਵਿੱਤਰੀ ਲੂਈਸ ਵੇਲ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੀ ਪ੍ਰੋਫੈਸਰ ਨੇ। ਉਹਨਾਂ ਦਾ ਜਨਮ 1943 ਵਿੱਚ ਨਿਊਯਾਰਕ ਵਿੱਚ ਹੋਇਆ ਸੀ ਅਤੇ ਪਿਛਲੇ ਸਾਲ 2019 ਦਾ ਜਿਹੜਾ ਸਾਹਿਤ ਨੋਬਲ ਪੁਰਸਕਾਰ ਸੀ, ਉਹ ਆਸਟ੍ਰੇਲੀਆ ਦੇ ਲੇਖਕ ਪੀਟਰ ਹੈਂਡਕਾ ਨੂੰ ਦਿੱਤਾ ਗਿਆ ਸੀ। ਉਹਨਾਂ ਨੂੰ ਇਹ ਪੁਰਸਕਾਰ ਇਨੋਵੇਟਿਵ ਲੇਖਣਾ ਅਤੇ ਭਾਸ਼ਾ ਵਿੱਚ ਨਵੇਂ ਪ੍ਰਯੋਗਾਂ ਦੇ ਵਾਸਤੇ ਦਿੱਤਾ ਗਿਆ ਸੀ। ਪਰ ਇਸ ਸਾਲ ਦਾ ਇਹ ਪੁਰਸਕਾਰ ਅਮਰੀਕਾ ਦੀ ਇੱਕ ਕਵਿੱਤਰੀ ਦੇ ਹਿੱਸੇ ਆ ਗਿਆ। ਕੱਲ੍ਹ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਕੈਮਿਸਟਰੀ ਦੇ ਵਿੱਚ, ਰਸਾਇਣ ਵਿਗਿਆਨ ਦੇ ਖੇਤਰ ਵਿੱਚ 2 ਵਿਗਿਆਨਾਂ ਦੇ ਹਿੱਸੇ। ਉਹਦੇ ਤੋਂ ਪਹਿਲਾਂ ਭੌਤਿਕ ਵਿਗਿਆਨ ਦਾ ਤੁਹਾਡੇ ਨਾਲ ਸਾਂਝੀ ਕੀਤੀ ਸੀ ਖਬਰ ਕਿ 3 ਵਿਗਿਆਨੀਆਂ ਦੇ ਹਿੱਸੇ ਇਹ ਨੋਬਲ ਪੁਰਸਕਾਰ ਆਇਆ। ਹੁਣ ਕੱਲ੍ਹ ਵਾਲਾ ਜਿਹੜਾ ਪੁਰਸਕਾਰ ਆ, ਬੜਾ ਅਹਿਮ ਹੋਏਗਾ ਕਿ ਸ਼ਾਂਤੀ ਦਾ ਜਿਹੜਾ ਪੀਸ ਪ੍ਰਾਈਜ਼ ਹੈ, ਉਹ ਕਿਹਦੇ ਹਿੱਸੇ ਆਉਂਦਾ ਹੈ। ਉਹਦੇ ਦਾਅਵੇਦਾਰ ਰਾਸ਼ਟਰਪਤੀ ਟਰੰਪ ਵੀ ਨੇ ਅਤੇ ਨਾਮਜ਼ਦਗੀ ਇਸ ਅਵਾਰਡ ਦੇ ਵਾਸਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਵੀ ਹੈ। ਦੇਖਦੇ ਹਾਂ ਤੇ ਕਈ ਹੋਰਨਾਂ ਦੇ ਨਾਲ ਇਹ ਕੱਲ੍ਹ ਦਾ ਜਿਹੜਾ ਸ਼ਾਂਤੀ ਵਾਲਾ ਨੋਬਲ ਪੁਰਸਕਾਰ ਹੈ, ਕਿਹਦੇ ਹਿੱਸੇ ਆਉਂਦਾ, ਖਬਰ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ। ਆਹ ਅਹਿਮ ਖਬਰ ਹੈ, ਗੰਭੀਰ ਖਬਰ ਹੈ। ਹਾਥਰਸ ਦੇ ਵਿੱਚ ਘਟਨਾ ਵਾਪਰੀ ਸੀ ਤੇ ਇਹ ਮਾਮਲਾ ਬਹੁਤ ਗਰਮਾਇਆ ਹੋਇਆ। ਬਹੁਤ ਸਾਰੀਆਂ ਜਥੇਬੰਦੀਆਂ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਨੇ। ਕੱਲ੍ਹ ਸੁਪਰੀਮ ਕੋਰਟ ਦੇ ਵਿੱਚ 510 ਕਾਨੂੰਨ ਦੇ ਵਿਦਿਆਰਥੀਆਂ ਨੇ ਵੀ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਇੱਕ ਚਿੱਠੀ ਲਿਖੀ ਸੀ, ਪੱਤਰ ਲਿਖਿਆ ਸੀ। ਲਗਭਗ ਸਾਰੀਆਂ ਹੀ ਰਾਜਨੀਤਿਕ ਧਿਰਾਂ ਵੀ, ਸਮਾਜਿਕ ਜਥੇਬੰਦੀਆਂ ਵੀ, ਰਾਜਨੀਤਿਕ ਕਾਰਕੁਨ ਵੀ ਇਸ ਮਾਮਲੇ ਦੇ ਵਿੱਚ ਆਪੋ ਆਪਣੇ ਤਰੀਕੇ ਨਾਲ ਸਰਗਰਮ ਨੇ। ਤੇ ਇਸ ਮਾਮਲੇ ਨੂੰ ਲੈ ਕੇ ਗੁੱਸਾ ਲਗਭਗ ਸਾਰੇ ਮੁਲਕ 'ਚ ਹੈ। ਸਾਰੇ ਲੋਕ ਇੱਕ ਗੱਲ ਸਾਂਝੀ ਕਰ ਰਹੇ ਨੇ ਕਿ ਪੀੜਤਾਂ ਨੂੰ ਅਤੇ ਪੀੜਤ ਪਰਿਵਾਰ ਨੂੰ ਨਿਆਂ ਮਿਲੇ, ਇਨਸਾਫ ਮਿਲੇ ਤੇ ਦੋਸ਼ੀਆਂ ਨੂੰ ਟੰਗਿਆ ਜਾਵੇ। ਪਰ ਹੁਣ ਮੁੱਖ ਦੋਸ਼ੀਆਂ ਦੇ ਵਿੱਚੋਂ ਇੱਕ ਦੋਸ਼ੀ ਦਾ ਬਿਆਨ ਕਹਿ ਲਓ ਜਾਂ ਚਿੱਠੀ ਕਹਿ ਲਓ, ਪੱਤਰ ਕਹਿ ਲਓ, ਸਾਹਮਣੇ ਆ ਗਿਆ। ਇਸ ਦੋਸ਼ੀ ਦਾ ਨਾਮ ਦੱਸਿਆ ਜਾ ਰਿਹਾ ਹੈ ਸੰਦੀਪ ਠਾਕੁਰ। ਸੰਦੀਪ ਠਾਕੁਰ ਨੇ ਪੁਲਿਸ ਸੁਪਰਡੈਂਟ ਹਾਥਰਸ ਨੂੰ ਇੱਕ ਚਿੱਠੀ ਲਿਖੀ ਹੈ।
ਉਹ ਚਿੱਠੀ ਦੇ ਵਿੱਚ ਕਹਿੰਦਾ ਸੱਚ ਝੂਠ ਦੇ ਮੈਂ ਖੁਲਾਸੇ ਕਰ ਦਿੱਤੇ ਹੈ ਤੇ ਉਹਨੇ ਇਸ ਸਾਰੇ ਕੇਸ ਨੂੰ ਝੂਠਾ ਦੱਸਿਆ। ਉਹ ਕਹਿੰਦਾ ਪਰਿਵਾਰ ਝੂਠਾ ਹੈ, ਇਸ ਝੂਠੇ ਪਰਿਵਾਰ ਨੇ ਧੀ ਆਪਣੀ ਆਪ ਮਾਰੀ ਤੇ ਫਸਾਇਆ ਸਾਨੂੰ ਜਾ ਰਿਹਾ। ਹੁਣ ਚਿੱਠੀ ਦੇ ਵਿੱਚ ਉਸਨੇ ਕੀ ਲਿਖਿਆ? ਉਹ ਕਹਿੰਦਾ ਮੇਰੀ ਉਸ ਮ੍ਰਿਤਕ ਲੜਕੀ ਦੇ ਨਾਲ ਦੋਸਤੀ ਸੀ। ਇਹ ਗੱਲ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਪਸੰਦ ਨਹੀਂ ਸੀ। ਉਹ ਕਹਿੰਦਾ ਨਹੀਂ 14 ਸਤੰਬਰ ਦੇ ਦਿਨ ਜਿਸ ਦਿਨ ਇਹ ਕਹਿੰਦੇ ਸਾਰੀ ਘਟਨਾ ਵਾਪਰੀ ਹੈ, ਇਹ ਚਿੱਠੀ ਦਾ ਜ਼ਿਕਰ ਕਰ ਰਿਹਾ ਮੈਂ। ਕਹਿੰਦਾ 14 ਸਤੰਬਰ ਦੇ ਦਿਨ ਉਹ ਉਸ ਲੜਕੀ ਨੂੰ, ਮੁਟਿਆਰ ਨੂੰ ਖੇਤਾਂ ਦੇ ਵਿੱਚ ਮਿਲਿਆ ਵੀ ਸੀ ਅਤੇ ਉਸ ਸਮੇਂ ਉਸਦੇ ਭਰਾ ਅਤੇ ਮਾਂ ਵੀ ਉੱਥੇ ਮੌਜੂਦ ਸਨ। ਪਰ ਕਹਿੰਦਾ ਮ੍ਰਿਤਕਾ ਨੇ ਮੈਨੂੰ ਤੁਰੰਤ ਉੱਥੋਂ ਜਾਣ ਵਾਸਤੇ ਆਖਿਆ ਤੇ ਮੈਂ ਉੱਥੋਂ ਆ ਗਿਆ। ਇਸ ਤੋਂ ਬਾਅਦ ਉਹ ਕਹਿੰਦਾ ਉਸ ਲੜਕੀ ਦੀ ਮਾਂ ਅਤੇ ਉਸਦੇ ਭਰਾ ਨੇ ਲੜਕੀ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਖੁਦ ਕੀਤੀ ਹੈ, ਅਸੀਂ ਨਹੀਂ ਮਾਰਿਆ। ਹੁਣ ਸੰਦੀਪ ਠਾਕਰ ਨੇ ਕਿਹਾ ਕਿ ਨਿਰਪੱਖ ਜਾਂਚ ਹੋਵੇ, ਮੈਂ ਜਾਂਚ ਦੀ ਮੰਗ ਕਰ ਰਿਹਾ। ਚਿੱਠੀ ਦੇ ਹੋਰ ਦੋਸ਼ੀ ਨੇ ਰਵੀ, ਰਾਮੂ ਅਤੇ ਲਵਕੁਸ਼, ਉਹਨਾਂ ਦੇ ਵੀ ਨਾਂ ਲਿਖੇ ਹੋਏ ਨੇ ਅਤੇ ਇਸ ਚਿੱਠੀ ਤੇ ਉਹਨਾਂ ਦੇ ਅੰਗੂਠੇ ਵੀ ਲੱਗੇ ਹੋਏ ਨੇ। ਚਿੱਠੀ ਦੇ ਵਿੱਚ ਇਹ ਲਿਖੀਆਂ ਗੱਲਾਂ, ਸੰਦੀਪ ਕਹਿੰਦਾ ਮੈਨੂੰ 20 ਸਤੰਬਰ ਨੂੰ ਝੂਠੇ ਮੁਕੱਦਮੇ 'ਚ ਜੇਲ੍ਹ ਭੇਜਿਆ ਗਿਆ। ਮੇਰੇ ਤੇ ਦੋਸ਼ ਲਗਾਇਆ ਗਿਆ ਕਿ ਪਿੰਡ ਦੀ ਲੜਕੀ ਨਾਲ ਮੈਂ ਜ਼ਬਰ ਜਨਾਹ ਕੀਤਾ ਹੈ, ਕੁੱਟਮਾਰ ਕੀਤੀ ਹੈ, ਰੀੜ੍ਹ ਦੀ ਹੱਡੀ ਤੋੜੀ ਹੈ, ਜੀਭ ਵੱਢੀ ਹੈ, ਜਿਸ ਦੇ ਕਾਰਨ ਉਸ ਲੜਕੀ ਦੀ ਮੌਤ ਹੋਈ ਹੈ। ਉਹ ਕਹਿੰਦਾ ਇਸ ਝੂਠੇ ਮਾਮਲੇ ਦੇ ਵਿੱਚ ਵੱਖੋ-ਵੱਖ ਦਿਨਾਂ ਦੇ ਵਿੱਚ ਪਿੰਡ ਦੇ 3 ਜਿਹੜੇ ਹੋਰ ਲੋਕ ਨੇ ਜਿਨ੍ਹਾਂ ਦੇ ਵਿੱਚ ਅੰਗੂਠੇ ਲੱਗਣ ਵਾਲਿਆਂ ਦੇ ਨਾਮ ਲਵਕੁਸ਼, ਰਵੀ ਅਤੇ ਰਾਮੂ ਨੇ, ਉਹ ਕਹਿੰਦਾ ਉਹ ਵੀ ਜੇਲ੍ਹ ਭੇਜੇ ਹੋਏ ਨੇ। ਉਹ ਰਿਸ਼ਤੇ 'ਚ ਕਹਿੰਦਾ ਮੇਰੇ ਚਾਚੇ ਲੱਗਦੇ ਆ। ਉਹ ਕਹਿੰਦਾ ਜਿਹੜੀ ਪੀੜਤਾ ਲੜਕੀ ਸੀ ਜਿਸ ਦੀ ਮੌਤ ਹੋਈ ਹੈ, ਉਹ ਕਹਿੰਦਾ ਪਿੰਡ ਦੀ ਇੱਕ ਚੰਗੀ ਲੜਕੀ ਸੀ, ਮੇਰੇ ਨਾਲ ਉਸਦੀ ਦੋਸਤੀ ਵੀ ਚੰਗੀ ਸੀ। ਮੁਲਾਕਾਤ ਤੋਂ ਬਾਅਦ ਮੇਰੀ ਅਤੇ ਉਸਦੀ ਕਦੇ-ਕਦੇ ਫੋਨ ਤੇ ਗੱਲਬਾਤ ਵੀ ਹੁੰਦੀ ਸੀ, ਪਰ ਸਾਡੀ ਦੋਸਤੀ ਪਰਿਵਾਰ ਨੂੰ ਪਸੰਦ ਨਹੀਂ ਸੀ। ਇਹ ਸਾਰੀ ਗੱਲਬਾਤ ਉਸਨੇ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਹੈ। ਉਹ ਕਹਿੰਦਾ ਇਹ ਜਿਹੜਾ ਕੰਮ ਹੈ, ਜਿਸ ਦਿਨ ਇਹ ਦੱਸੀ ਜਾ ਰਹੀ ਹੈ ਘਟਨਾ, ਉਸ ਵਕਤ ਮੈਂ ਆਪਣੇ ਪਿਤਾ ਦੇ ਨਾਲ ਪਸ਼ੂਆਂ ਨੂੰ ਪਾਣੀ ਪਿਲਾਉਣ ਲੱਗਿਆ ਹੋਇਆ ਸੀ, ਪਹਿਲਾਂ ਚਾਰਾ ਲੈਣ ਗਿਆ ਹੋਇਆ ਸੀ ਤੇ ਬਾਅਦ ਦੇ ਵਿੱਚ ਮੈਨੂੰ ਤਾਂ ਪਿੰਡ ਵਾਲਿਆਂ ਤੋਂ ਪਤਾ ਲੱਗਿਆ ਕਿ ਆਹ ਘਟਨਾ ਵਾਪਰ ਗਈ। ਉਹ ਕਹਿੰਦਾ ਹੁਣ ਭਾਵੇਂ ਕੁਛ ਵੀ ਹੋਵੇ, ਲੜਕੀ ਨੂੰ ਕੁੱਟਿਆ ਵੀ ਆਪ ਤੇ ਕੁੱਟ ਦੇ ਬਾਅਦ ਗੰਭੀਰ ਸੱਟਾਂ ਲੱਗੀਆਂ ਤੇ ਅੰਜਾਮ ਤੁਹਾਡੇ ਸਾਹਮਣੇ ਆ ਤੇ ਜਿਸ ਤੋਂ ਬਾਅਦ ਲੜਕੀ ਦੀ ਮੌਤ ਹੋਈ ਹੈ। ਨਾ ਕਹਿੰਦਾ ਮੈਂ ਲੜਕੀ ਨਾਲ ਕੁੱਟਮਾਰ ਕੀਤੀ ਹੈ, ਨਾ ਮੈਂ ਲੜਕੀ ਨਾਲ ਜ਼ਬਰ ਜਨਾਹ ਕੀਤਾ ਹੈ, ਸਗੋਂ ਸਾਨੂੰ ਝੂਠੇ ਦੋਸ਼ ਦੇ ਵਿੱਚ ਫਸਾਇਆ ਜਾ ਰਿਹਾ, ਜੇਲ੍ਹ ਭੇਜਿਆ ਗਿਆ, ਅਸੀਂ ਨਿਰਦੋਸ਼ ਹੈ। ਹੁਣ ਮਾਮਲੇ ਦੀ ਜਾਂਚ ਕਰਵਾ ਕੇ ਉਹ ਕਹਿੰਦਾ ਸਾਫ਼ ਇਨਸਾਫ ਸਾਨੂੰ ਮਿਲਣਾ ਚਾਹੀਦਾ। ਹੁਣ ਇਹਦੇ ਨਾਲ ਹੀ ਇੱਕ ਫੋਨ ਡਿਟੇਲ ਸਾਹਮਣੇ ਆਈ ਹੈ। ਉਸ ਫੋਨ ਡਿਟੇਲ ਦੇ ਵਿੱਚੋਂ ਪਤਾ ਲੱਗਦਾ ਹੈ ਕਿ 104 ਵਾਰ ਦੋਸ਼ੀ ਇਸ ਸੰਦੀਪ ਠਾਕਰ ਅਤੇ ਲੜਕੀ ਦੇ ਭਰਾ ਦੇ ਦਰਮਿਆਨ ਫੋਨ ਤੇ ਗੱਲਾਂ ਬਾਤਾਂ ਹੋਈਆਂ ਨੇ, ਜਦੋਂ ਕਿ ਸੰਦੀਪ ਠਾਕਰ ਅਤੇ ਉਸ ਪੀੜਤ ਪਰਿਵਾਰ ਦੇ ਘਰ ਦੇ ਵਿਚਕਾਰ 200-250 ਗਜ ਦੀ ਦੂਰੀ ਦੱਸੀ ਜਾ ਰਹੀ ਹੈ। ਹੁਣ ਸੰਦੀਪ ਅਤੇ ਕੁੜੀ ਦੇ ਭਰਾ ਦੇ ਦਰਮਿਆਨ ਕੀ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਕਾਲ ਡਿਟੇਲ ਤਾਂ ਸਾਹਮਣੇ ਪਈ ਹੈ। ਪਤਾ ਲੱਗਿਆ ਕਿ 13 ਅਕਤੂਬਰ 2019 ਤੋਂ ਲੈ ਕੇ ਮਾਰਚ 2020 ਤੱਕ 104 ਵਾਰ ਇਹਨਾਂ ਦੇ ਵਿਚਕਾਰ ਗੱਲਬਾਤ ਹੋਈ ਹੈ ਅਤੇ ਇਸ ਗੱਲਬਾਤ ਦੀ ਜੇਕਰ ਡਿਊਰੇਸ਼ਨ ਦੇਖੀਏ 5 ਘੰਟਿਆਂ ਦੇ ਲਗਭਗ ਹੈ ਅਤੇ ਦੋਹਾਂ ਦਾ ਘਰ ਇੰਨੀ ਨੇੜੇ ਹੋਣ ਦੇ ਬਾਵਜੂਦ ਇਹ ਫੋਨ ਤੇ ਕਿਹੜੀਆਂ ਗੱਲਾਂ ਕਰਦੇ ਹੋਣਗੇ। ਇਸ ਕਾਲ ਡਿਟੇਲ ਦੇ ਵਿੱਚੋਂ ਇਹ ਵੀ ਪਤਾ ਲੱਗਦਾ ਹੈ ਕਿ 62 ਵਾਰ ਫੋਨ ਸੰਦੀਪ ਨੇ ਅਤੇ 42 ਵਾਰ ਪੀੜਤਾ ਦੇ ਭਰਾ ਵੱਲੋਂ ਇੱਕ ਦੂਸਰੇ ਨੂੰ ਕੀਤੇ ਗਏ ਫੋਨ ਨੇ। ਹੁਣ ਜਾਂਚ ਚੱਲ ਰਹੀ ਹੈ। ਅਸਲ ਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਜਿਹੜੀ ਲੜਕੀ ਮਰੀ ਹੈ, ਜਿਹੜੇ ਉਸ ਲੜਕੀ ਦੇ ਭਰਾ ਦੇ ਨਾਲ ਜਿਹੜੀ ਇਹ ਗੱਲਬਾਤ ਸੰਦੀਪ ਦੀ ਦੱਸੀ ਜਾ ਰਹੀ ਹੈ, ਅਸਲ ਦੇ ਵਿੱਚ ਫੋਨ ਭਰਾ ਦੇ ਨਾਂ ਤੇ ਹੈ, ਪਰ ਉਹ ਫੋਨ ਵਰਤ ਜਿਹੜੀ ਲੜਕੀ ਮਰੀ ਹੈ ਉਹਦੀ ਭਰਜਾਈ ਰਹੀ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਮੁੱਦਾ ਬਣਦਾ ਜਾ ਰਿਹਾ। ਹੁਣ ਪਤਾ ਨਹੀਂ ਤਾਂ ਇਸ ਮਾਮਲੇ ਨੂੰ ਸੁਲਝਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਇਸ ਮਾਮਲੇ ਨੂੰ ਉਲਝਾਉਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਇਹ ਜਿਹੜੇ ਫੋਨ ਨੇ, ਬਹੁਤੇ ਫੋਨ ਅੱਧੀ ਰਾਤ ਤੋਂ ਬਾਅਦ ਦੀ ਸਮੇਂ ਦੇ ਵਿੱਚ ਹੋਏ ਨੇ। ਭਾਵ ਅੱਧੀ ਰਾਤ ਜਦ ਲੋਕ ਸਾਰੇ ਸੁੱਤੇ ਹੁੰਦੇ ਸੀ, ਸੰਦੀਪ ਠਾਕਰ ਅਤੇ ਪੀੜਤਾ ਦੇ ਭਰਾ ਦੇ ਨਾਂ ਦੇ ਉੱਤੇ ਜਿਹੜਾ ਫੋਨ ਰਜਿਸਟਰਡ ਹੈ, ਅੱਧੀ ਰਾਤ ਤੋਂ ਬਾਅਦ ਦੀਆਂ ਇਹ ਕਾਲਸ ਹੋਈਆਂ ਨੇ। ਹੁਣ ਇੱਕ ਜਿਹੜੀ ਵਿਸ਼ੇਸ਼ ਜਾਂਚ ਟੀਮ ਸੈੱਟ ਬਣਾਈ ਗਈ ਹੈ, ਉਹਨੂੰ 10 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ 10 ਦਿਨਾਂ ਦੇ ਵਿੱਚ ਤੁਸੀਂ ਆਪਣੀ ਰਿਪੋਰਟ ਸਾਡੇ ਤੱਕ ਪੁੱਜਦੀ ਕਰੋ। ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਸਿੱਟ ਨੇ ਯੂਪੀ ਸਰਕਾਰ ਦੇ 10 ਦਿਨਾਂ ਦਾ ਜਿਹੜਾ ਸਮਾਂ ਸੀ ਉਹਦੇ ਵਿੱਚ ਹੋਰ
10 ਦਿਨ ਦਾ ਸਮੇਂ ਦੀ ਮੰਗ ਕੀਤੀ ਸੀ ਤੇ ਯੂਪੀ ਸਰਕਾਰ ਨੇ ਜਾਂਚ ਮੁਕੰਮਲ ਹੋਣ ਤੱਕ ਇਹ 10 ਦਿਨ ਦਾ ਸਮਾਂ ਹੋਰ ਵਧਾ ਦਿੱਤਾ ਹੈ। ਹੁਣ ਜਿਹੜੇ ਯੂਪੀ ਦੇ ਗ੍ਰਹਿ ਸਕੱਤਰ ਨੇ ਭਗਵਾਨ ਸਵਰੂਪ, ਉਹਨਾਂ ਦੀ ਅਗਵਾਈ ਹੇਠ ਬੀਤੀ 30 ਸਤੰਬਰ ਨੂੰ ਇਹ ਗਠਿਤ ਸਿੱਟ ਨੂੰ ਪਹਿਲਾਂ ਇਸ ਸਿੱਟ ਨੂੰ ਜਾਂਚ ਰਿਪੋਰਟ ਸੌਂਪਣ ਦੇ ਵਾਸਤੇ ਸਿਰਫ 7 ਦਿਨ ਦਾ ਭਾਵ 1 ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ। ਹੁਣ ਵਧੀਕ ਮੁੱਖ ਸਕੱਤਰ ਜਿਹੜੇ ਅਵਨੀਸ਼ ਕੁਮਾਰ ਅਵਸਥੀ ਨੇ, ਉਹਨਾਂ ਦੱਸਿਆ ਕਿ ਸਿੱਟ ਦੀ ਰਿਪੋਰਟ ਸੌਂਪਣ ਦਾ ਸਮਾਂ 10 ਦਿਨ ਹੋਰ ਵਧਾ ਦਿੱਤਾ ਗਿਆ। ਇਹਦਾ ਇੱਕ ਕਾਰਨ ਇਹ ਹੈ ਕਿ ਜਾਂਚ ਹਾਲੇ ਮੁਕੰਮਲ ਨਹੀਂ ਹੋਈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਾਂਚ ਦੇ ਵਿੱਚ ਭਾਵੇਂ ਸਾਡੀ ਆਲੋਚਨਾ ਵਿਰੋਧੀ ਧਿਰਾਂ ਕਰਦੀਆਂ ਰਹਿਣ, ਪਰ ਅਸੀਂ ਪੀੜਤ ਪਰਿਵਾਰ ਨੂੰ ਅਤੇ ਭਾਵੇਂ ਦੋਸ਼ੀ ਨੇ, ਅਸੀਂ ਚਾਹੁੰਦੇ ਹਾਂ ਕਿ ਕਿਸੇ ਦੇ ਨਾਲ ਅਨਿਆਂ ਨਾ ਹੋਵੇ। ਦੋਵਾਂ ਪਰਿਵਾਰਾਂ ਨੂੰ, ਭਾਵੇਂ ਪੀੜਤ ਹੈ ਤੇ ਭਾਵੇਂ ਦੋਸ਼ੀ ਨੇ, ਇਨਸਾਫ ਮਿਲੇ। ਜਿਹੜਾ ਦੋਸ਼ੀ ਹੈ ਉਸ ਵਿਅਕਤੀ ਨੂੰ ਕਟਹਿਰੇ ਦੇ ਵਿੱਚ ਖੜ ਕੇ ਸਜ਼ਾ ਮਿਲੇ ਅਤੇ ਜਿਹੜਾ ਪੀੜਤ ਹੈ ਉਸ ਵਿਅਕਤੀ ਨੂੰ ਬਿਲਕੁਲ ਇਨਸਾਫ ਮਿਲਣਾ ਚਾਹੀਦਾ ਹੈ। ਮਾਮਲਾ ਇਹਦੇ ਨਾਲ ਵੀ ਸੁਰਖੀਆਂ ਇਸ ਕਰਕੇ ਫੜ ਗਿਆ ਸੀ ਕਿ ਪਰਿਵਾਰ ਦਾ ਦੋਸ਼ ਸੀ ਕਿ ਸਾਡੀ ਪੁੱਛੇ ਬਗੈਰ, ਸਾਨੂੰ ਪੁੱਛ ਪੜਤਾਲ ਕੀਤੇ ਬਗੈਰ ਸੰਸਕਾਰ ਵੀ ਕਰ ਦਿੱਤਾ ਗਿਆ, ਸਾਨੂੰ ਪੁੱਛੇ ਬਗੈਰ ਲੜਕੀ ਦਾ ਪੋਸਟਮਾਰਟਮ ਵੀ ਕੀਤਾ ਗਿਆ, ਸਾਨੂੰ ਪੁੱਛੇ ਬਗੈਰ ਹਸਪਤਾਲ ਦੇ ਵਿੱਚੋਂ ਲਾਸ਼ ਵੀ ਸਾਡੇ ਪਿੰਡ ਲਿਆਂਦੀ ਗਈ। ਆ ਜਿਹੜੀ ਅਗਲੀ ਖਬਰ ਹੈ, ਬੜੀ ਮੰਦਭਾਗੀ ਖਬਰ ਹੈ। ਬਠਿੰਡਾ ਜ਼ਿਲ੍ਹੇ ਦਾ ਇੱਕ ਪਿੰਡ ਭਗਤਾ ਭਾਈਕੇ ਦਾ ਨੇੜਲਾ ਪਿੰਡ ਹੈ ਹਮੀਰਗੜ੍ਹ। ਹਮੀਰਗੜ੍ਹ ਦੇ ਵਿੱਚੋਂ 4 ਲਾਸ਼ਾਂ ਮਿਲੀਆਂ ਨੇ। ਇਹਨਾਂ ਵਿੱਚ ਦੱਸਿਆ ਜਾ ਰਿਹਾ ਕਿ 3 ਮਾਸੂਮ ਬੱਚੇ ਨੇ ਅਤੇ ਇੱਕ ਉਹਨਾਂ ਦਾ ਪਿਤਾ ਹੈ, ਅਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ 4 ਦੀ ਖੁਦਕੁਸ਼ੀ ਕੀਤੀ ਹੋਈ ਹੈ। ਭਾਵ ਇਸ ਵਿਅਕਤੀ ਨੇ ਆਪਣੇ 3 ਬੱਚਿਆਂ ਨੂੰ ਪਹਿਲਾਂ ਫਾਹਾ ਦੇ ਕੇ ਮਾਰਿਆ ਤੇ ਬਾਅਦ ਦੇ ਵਿੱਚ ਆਪ ਫਾਹਾ ਲੈ ਲਿਆ। ਬੜੀ ਦਰਦਨਾਕ ਖਬਰ ਹੈ। ਅਤੇ ਇਹਨਾਂ ਲਾਸ਼ਾਂ ਦੇ ਕੋਲੋਂ ਹੀ 8 ਸਫ਼ਿਆਂ ਦਾ ਇੱਕ ਖੁਦਕੁਸ਼ੀ ਨੋਟ ਬਰਾਮਦ ਹੋਇਆ। ਜਾਣਕਾਰੀ ਮਿਲ ਰਹੀ ਹੈ ਕਿ ਇਹ ਮਰਨ ਵਾਲਾ ਵਿਅਕਤੀ ਅਤੇ ਬੱਚਿਆਂ ਨੂੰ ਮਾਰਨ ਵਾਲਾ ਵਿਅਕਤੀ 35 ਵਰ੍ਹਿਆਂ ਦਾ ਬੇਅੰਤ ਸਿੰਘ ਸੀ ਅਤੇ ਲਗਭਗ 2 ਮਹੀਨੇ ਪਹਿਲਾਂ ਬੇਅੰਤ ਸਿੰਘ ਦੀ ਪਤਨੀ ਲਵਪ੍ਰੀਤ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਅਤੇ ਮੌਤ ਤੋਂ ਬਾਅਦ ਇਹ ਆਪਣੀ ਪਤਨੀ ਦੇ ਵਿਛੋੜ ਦੇ ਵਿੱਚ ਲਗਾਤਾਰ ਗਮਗੀਨ ਰਹਿੰਦਾ ਸੀ। ਇਹਨੇ ਆਪਣੇ 7 ਸਾਲਾ ਪੁੱਤਰ ਪ੍ਰਭਜੋਤ ਸਿੰਘ, 3 ਸਾਲਾ ਪੁੱਤਰੀ ਅਰਸ਼ ਕੌਰ ਅਤੇ 1 ਸਾਲਾ ਹੋਰ ਧੀ ਖੁਸ਼ੀ ਕੌਰ, ਜਿਸ ਦੀ ਆਪ ਇਹਨੇ ਫਾਹਾ ਦੇ ਕੇ ਕਤਲ ਕੀਤਾ, ਹੱਤਿਆ ਕੀਤੀ ਤੇ ਬਾਅਦ ਦੇ ਵਿੱਚ ਆਤਮ ਹੱਤਿਆ ਕੀਤੀ। ਉਸ ਨੋਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਮੈਂ ਪਾਲਣ ਪੋਸ਼ਣ ਕਰਨ ਦੇ ਵਿੱਚ ਮੁਸ਼ਕਲਾਂ ਮਹਿਸੂਸ ਕਰ ਰਿਹਾ ਸੀ। ਖੁਦਕੁਸ਼ੀ ਨੋਟ ਦੇ ਵਿੱਚ ਬੇਅੰਤ ਸਿੰਘ ਨੇ ਇੱਕ ਗਿਲਾ ਵੀ ਜ਼ਾਹਰ ਕੀਤਾ ਹੈ। ਗਿਲਾ ਉਸਨੇ ਜ਼ਾਹਰ ਕੀਤਾ ਹੈ ਕਿ ਉਸ ਦੇ ਪਰਿਵਾਰ ਦੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਉਹਦਾ ਰਿਸ਼ਤੇਦਾਰ ਕੋਈ ਬਾਂਹ ਨਹੀਂ ਸੀ ਫੜ ਰਿਹਾ। ਖੁਦਕੁਸ਼ੀ ਨੋਟ ਵਿੱਚ ਬੇਅੰਤ ਸਿੰਘ ਨੇ ਲਿਖਿਆ ਹੈ ਕਿ ਆਪਣੀ ਪਤਨੀ ਬਗੈਰ ਮੈਂ ਨਹੀਂ ਸੀ ਰਹਿ ਸਕਦਾ, ਮੇਰਾ ਜੀਣਾ ਮੁਸ਼ਕਲ ਹੋ ਗਿਆ ਸੀ। ਮੈਨੂੰ ਮੇਰੇ ਕਿਸੇ ਰਿਸ਼ਤੇਦਾਰ ਨੇ ਕੋਈ ਢਾਰਸ ਨਹੀਂ ਦਿੱਤੀ। ਮੇਰੇ ਮਰਨ ਤੋਂ ਬਾਅਦ ਕਿਸੇ ਵੀ ਰਿਸ਼ਤੇਦਾਰ ਨੂੰ ਮੇਰੇ ਘਰ ਦੇ ਵਿੱਚੋਂ ਇੱਕ ਕਿਣਕਾ ਤੱਕ ਚੁੱਕਣ ਦੀ ਆਗਿਆ ਨਾ ਦਿੱਤੀ ਜਾਵੇ। ਖੁਦਕੁਸ਼ੀ ਨੋਟ ਵਿੱਚ ਬੇਅੰਤ ਸਿੰਘ ਨੇ ਇਹ ਵੀ ਲਿਖਿਆ ਕਿ ਮੇਰੇ ਘਰ ਵਿੱਚ ਪਿਆ ਅਨਾਜ, ਕਣਕ ਅਤੇ ਹੋਰ ਸਾਰੇ ਸਮਾਨ ਦੇ ਇਲਾਵਾ ਮੇਰੇ ਘਰ ਨੂੰ ਵੇਚ ਦਿੱਤਾ ਜਾਵੇ। ਘਰ ਵੇਚ ਕੇ ਕਿਸੇ ਰਿਸ਼ਤੇਦਾਰ ਨੂੰ ਨਾ ਦਿੱਤਾ ਜਾਵੇ, ਸਭ ਕੁਝ ਗੁਰਦੁਆਰਾ ਸਾਹਿਬ ਨੂੰ ਦੇ ਦਿੱਤਾ ਜਾਵੇ। ਇਹਦੇ ਤੋਂ ਬਾਅਦ 4 ਲਾਸ਼ਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਸੱਚਮੁੱਚ ਮਾਮਲਾ ਇਹੋ ਹੀ ਹੈ। ਪਰ ਪੁਲਿਸ ਨੇ ਬੇਅੰਤ ਸਿੰਘ ਦੇ ਖਿਲਾਫ ਉਸ ਦੇ ਬੱਚਿਆਂ ਦੀ ਹੱਤਿਆ ਕਰਨ ਦਾ ਇੱਕ ਮਾਮਲਾ ਵੀ ਦਰਜ ਕੀਤਾ ਹੈ ਅਤੇ ਨਾਲ ਇਹ ਪੁੱਛ ਪੜਤਾਲ ਗੁਆਂਢੀਆਂ ਤੋਂ ਕੀਤੀ ਜਾ ਰਹੀ ਹੈ ਕਿ ਦਰਅਸਲ ਸੱਚੀ ਮੁੱਚੀ ਇਹ ਗਮਗੀਨ ਰਹਿੰਦਾ ਸੀ। ਤੇ ਇੱਕ ਖਬਰ ਇਹਦੇ ਵਿੱਚੋਂ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਅੰਤਾਂ ਦਾ ਗਰੀਬ ਸੀ, ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਪਹਿਲਾਂ ਜਿੰਨੀ ਕੁ ਕਮਾਈ ਸੀ ਇਹਦੀ ਘਰਵਾਲੀ ਦੇ ਇਲਾਜ ਤੇ ਲੱਗੀ। ਲਗਭਗ 2 ਮਹੀਨੇ ਪਹਿਲਾਂ ਉਸ ਦੀ ਮੌਤ ਹੋਈ ਸੀ। ਉਹਦੇ ਤੋਂ ਬਾਅਦ ਇਹ ਧੁਰ ਅੰਦਰ ਤੱਕ ਟੁੱਟ ਚੁੱਕਿਆ ਸੀ, ਪਰ ਇਸ ਦੀ ਖਬਰਸਾਰ ਸੁੱਖ ਸੰਦ ਪੁੱਛਣ ਕਦੇ ਕੋਈ ਰਿਸ਼ਤੇਦਾਰ ਨਹੀਂ ਸੀ ਆਉਂਦਾ, ਜਿਸ ਦੇ ਕਾਰਨ ਇਸ ਵਿਅਕਤੀ ਬੇਅੰਤ ਸਿੰਘ ਨੇ ਉਹ ਮੰਦਭਾਗਾ ਕਦਮ ਚੁੱਕ ਲਿਆ ਜਿਸ ਨੂੰ ਬੁਜ਼ਦਿਲੀ ਆਖਿਆ ਜਾ ਸਕਦਾ ਹੈ। ਮੰਦਭਾਗੀ ਖਬਰ ਹੈ। ਅਗਲੀ ਖਬਰ ਵੱਲ ਆਪਾਂ ਤੁਹਾਡਾ ਧਿਆਨ ਦਿਵਾਉਂਦੇ ਹਾਂ। ਅਗਲੀ ਖਬਰ ਇਹ ਹੈ ਕਿ ਪੰਜਾਬ ਦੀਆਂ ਤੇ ਬਹੁਤ ਸਾਰੇ ਹੋਰ ਸੂਬੇ, ਲਗਭਗ 22 ਸੂਬੇ ਨੇ ਜਿੱਥੋਂ ਦੀਆਂ ਕਿਸਾਨ ਜਥੇਬੰਦੀਆਂ ਇਸ ਵਕਤ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ, ਧਰਨੇ ਮੁਜ਼ਾਹਰੇ ਕਰ ਰਹੀਆਂ ਨੇ। ਪਰ ਬੀਤੇ ਲਗਭਗ ਕਈ ਹਫ਼ਤਿਆਂ ਤੋਂ ਲਗਾਤਾਰ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਗ੍ਰਾਮ ਸਭਾਵਾਂ ਆਪੋ ਆਪਣੇ ਰੋਲ ਅਦਾ ਕਰਨ,
ਕਿਉਂਕਿ ਗ੍ਰਾਮ ਸਭਾਵਾਂ ਦੇ ਪਾਏ ਹੋਏ ਮਤੇ ਕੱਲ੍ਹ ਨੂੰ ਸੁਪਰੀਮ ਕੋਰਟ ਦੇ ਵਿੱਚ ਸਬੂਤ ਵਜੋਂ ਪੇਸ਼ ਕੀਤੇ ਜਾ ਸਕਦੇ ਆ ਕਿ ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਆ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਵਿਧਾਨ ਸਭਾ ਹਲਕਾ ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀਆਂ ਪੰਚਾਇਤਾਂ ਦੇ ਪਿੰਡਾਂ ਨੇ ਸਭ ਤੋਂ ਪਹਿਲਾਂ ਪਹਿਲ ਕਦਮੀ ਵਾਲਾ ਕਦਮ ਪੁੱਟ ਲਿਆ ਤੇ ਇਸ ਹਲਕੇ ਦੀਆਂ ਲਗਭਗ 35 ਪੰਚਾਇਤਾਂ ਨੇ ਜਿਨ੍ਹਾਂ ਨੇ ਗ੍ਰਾਮ ਸਭਾਵਾਂ ਬੁਲਾਈਆਂ ਅਤੇ ਖੇਤੀਬਾੜੀ ਕਾਨੂੰਨ ਦੇ ਵਿਰੁੱਧ ਮਤੇ ਪਾਸ ਕਰ ਦਿੱਤੇ ਹੈ ਅਤੇ ਇਹਨਾਂ ਮਤੇ ਪਾਸ ਕੀਤੀਆਂ ਕਾਪੀਆਂ ਕਿਸਾਨ ਜਥੇਬੰਦੀਆਂ ਦੇ ਹਵਾਲੇ ਕਰ ਦਿੱਤੀਆਂ ਨੇ ਅਤੇ ਹੁਣ ਕਿਸਾਨ ਜਥੇਬੰਦੀਆਂ ਇਹ ਮਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹਵਾਲੇ ਕਰਨਗੀਆਂ ਤਾਂ ਜੋ ਗ੍ਰਾਮ ਸਭਾਵਾਂ ਦੇ ਇਹ ਮਤੇ ਰਾਸ਼ਟਰਪਤੀ ਨੂੰ ਭੇਜੇ ਜਾ ਸਕਣ। ਜੇ ਕੱਲ੍ਹ ਨੂੰ ਸੁਪਰੀਮ ਕੋਰਟ ਦੇ ਵਿੱਚ ਕੋਈ ਪਟੀਸ਼ਨ ਪਾਈ ਜਾਂਦੀ ਹੈ ਤਾਂ ਉੱਥੇ ਵੀ ਇਹ ਸਬੂਤ ਦੇ ਵਜੋਂ ਪੇਸ਼ ਕੀਤੇ ਜਾ ਸਕਣ। ਪਰ ਦੂਸਰੇ ਪਾਸੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇੱਕ ਹੋਰ ਐਲਾਨ ਕਰ ਦਿੱਤਾ ਕਿਉਂਕਿ ਬੀਤੇ ਦਿਨੀ ਹਰਿਆਣਾ ਦੇ ਵਿੱਚ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਸੀ। ਉਹਦੇ ਹੱਕ ਦੇ ਵਿੱਚ ਹੁਣ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਚੱਕਾ ਜਾਮ ਕਰਨ ਜਾ ਰਹੀਆਂ ਨੇ ਤੇ ਨਾਲ ਭਾਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਦੀਆਂ ਕਿਸਾਨ ਯੂਨੀਅਨ ਦੀਆਂ ਜਿੰਨੀਆਂ ਵੀ ਇਕਾਈਆਂ ਨੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਭਾਈ ਕੁਝ ਰਾਹਤ ਦਿੱਤੀ ਜਾਵੇ, ਰੇਲ ਪਟੜੀਆਂ ਤੋਂ ਪਾਸੇ ਹੋਇਆ ਜਾਵੇ। ਪਰ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਪੰਜਾਬ ਸਰਕਾਰ ਦੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅਗਲੀ ਖਬਰ ਵੱਲ ਤੁਹਾਡਾ ਧਿਆਨ ਦਿਵਾਉਂਦੇ ਹਾਂ। ਇੱਕ ਮ੍ਰਿਤਕ ਔਰਤ ਲਗਭਗ 4 ਸਾਲਾਂ ਤੋਂ ਬਾਅਦ ਆਪਣੇ ਘਰ ਪਰਤ ਆਵੇ, ਕਿਹੋ ਜਿਹਾ ਲੱਗੇਗਾ? ਅਸਲ ਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਕੋਈ ਵਿਅਕਤੀ ਜਦ ਜਹਾਨੋਂ ਜਾਂਦਾ ਤੇ ਵਾਪਸ ਤਾਂ ਆਉਂਦਾ ਹੀ ਨਹੀਂ, ਪਰ ਇਹ ਔਰਤ ਕਿਵੇਂ ਆਈ? ਬਹੁਤ ਸਾਰੇ ਲੋਕ ਸ਼ਾਇਦ ਇਸ ਗੱਲ ਨੂੰ ਸੱਚ ਨਾ ਮੰਨਣ, ਪਰ ਸੋਚੋ ਉਸ ਪਿੰਡ ਤੇ ਉਸ ਪਰਿਵਾਰ ਤੇ ਉਸ ਵਿਅਕਤੀ ਦੇ ਕੀ ਬੀਤ ਰਹੀ ਹੋਣੀ ਹੈ ਜਿਸ ਨੂੰ ਮ੍ਰਿਤਕ ਕਰਾਰ ਐਲਾਨ ਦਿੱਤਾ। ਘਰ ਦੇ ਉਹਦੀਆਂ ਅੰਤਮ ਕਿਰਿਆਵਾਂ ਵੀ ਨਿਭਾ ਚੁੱਕੇ ਹੈ ਪਰ ਬਾਅਦ ਦੇ ਵਿੱਚ ਉਹ ਪਰਿਵਾਰ ਦੇ ਸਾਹਮਣੇ ਤੁਰਦੀ ਫਿਰਦੀ ਨਜ਼ਰ ਆਈ ਹੋਵੇ। ਇਹ ਮਾਮਲਾ ਯੂਪੀ ਦੇ ਵਿੱਚੋਂ ਮਿਲਿਆ। ਯੂਪੀ ਦੇ ਗਾਜ਼ੀਪੁਰ ਦੇ ਕਾਸਮਾਬਾਦ ਕੋਤਵਾਲੀ ਦੇ ਅਧੀਨ ਇੱਕ ਪਿੰਡ ਆਉਂਦਾ ਹੈ। ਪਿੰਡ ਦੇ ਵਿੱਚ ਪਹਿਲਾਂ ਤਾਂ ਭੱਜ ਦੌੜ ਮੱਚ ਗਈ ਉਸ ਔਰਤ ਨੂੰ ਦੇਖ ਕੇ ਵੀ ਸ਼ਾਇਦ ਕਿਤੇ ਭੂਤ ਹੀ ਨਾ ਆ ਗਿਆ ਹੋਵੇ। ਅਸਲ ਦੇ ਵਿੱਚ 4 ਸਾਲ ਪਹਿਲਾਂ ਉੱਥੋਂ ਦੀ ਇੱਕ ਔਰਤ ਲਾਪਤਾ ਹੋ ਗਈ, ਗੁੰਮ ਹੋ ਗਈ। ਬਾਅਦ ਦੇ ਵਿੱਚ ਉਸ ਨੂੰ ਮ੍ਰਿਤਕ ਸਮਝ ਕੇ ਉਸ ਦਾ ਭੋਗ ਵੀ ਪਾ ਦਿੱਤਾ ਗਿਆ। ਹੁਣ ਸੂਚਨਾ ਮਿਲੀ ਸੀ ਕਿ ਸੰਸਕਾਰ ਜਿਸ ਔਰਤ ਦਾ ਕਰ ਚੁੱਕੇ ਹੋਣ ਉਹ ਔਰਤ ਇਕੱਲੀ ਨਹੀਂ, ਸਗੋਂ ਆਪਣੀ ਇੱਕ ਛੋਟੀ ਜਿਹੀ ਬੱਚੀ ਦੇ ਨਾਲ ਜਿਉਂਦੀ ਜਾਗਦੀ ਘਰ ਪਰਤ ਆਈ ਹੈ। ਪਰਿਵਾਰ ਨੂੰ ਜਿਹੜੀ ਉਸਨੇ ਆਪਣੀ ਹੱਡਬੀਤੀ ਦੱਸੀ ਆ ਉਹ ਕਿਸੇ ਖੌਫਨਾਕ ਅਤੇ ਮਾਨਵਤਾ ਨੂੰ, ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਤੋਂ ਘੱਟ ਨਹੀਂ। ਪੁਲਿਸ ਇਸ ਦੀ ਜਾਂਚ ਕਰਨ ਲੱਗ ਪਈ ਹੈ। ਇਸ ਮਾਮਲੇ ਵਿੱਚ ਪਿੰਡ ਦੇ ਨੇੜਲੀ ਇੱਕ ਇਸ ਔਰਤ ਦੀ ਮੂੰਹ ਬੋਲੀ ਮਾਸੀ ਹੈ ਤੇ ਇੱਕ ਮਾਸੜ ਹੈ। ਦੇਖੋ ਤੁਸੀਂ ਰਿਸ਼ਤੇ ਤਾਰ-ਤਾਰ ਕਿਵੇਂ ਹੁੰਦੇ ਆ। ਇਸ ਔਰਤ ਦੀ ਮੂੰਹ ਬੋਲੀ ਮਾਸੀ ਅਤੇ ਇੱਕ ਮਾਸੜ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪਰਿਵਾਰ ਅਤੇ ਇਸ ਔਰਤ ਦੇ ਮੁਤਾਬਕ ਇਹ ਮਾਮਲਾ ਲਗਭਗ 4 ਸਾਲ ਪੁਰਾਣਾ ਹੈ। ਔਰਤ ਵਿਆਹੀ ਹੋਈ ਸੀ, ਉਸ ਦੀ ਇੱਕ ਧੀ ਵੀ ਹੈ। ਉਸ ਦੇ ਇਲਾਜ ਵਾਸਤੇ ਇਸ ਔਰਤ ਨੂੰ ਇਹਦੇ ਮੂੰਹ ਬੋਲੀ ਮਾਸੀ ਤੇ ਮਾਸੜ ਲੈ ਕੇ ਗਏ ਤੇ ਰਸਤੇ ਵਿੱਚ ਕਹਿੰਦੇ ਰੇਲ 'ਚ ਜਦੋਂ ਜਾ ਰਹੇ ਸੀ ਨਾ, ਕੋਈ ਬੇਹੋਸ਼ੀ ਵਾਲੀ ਦਵਾਈ ਦਿੱਤੀ ਜਾਂ ਕੋਈ ਗੋਲੀ ਦਿੱਤੀ ਜਾਂ ਰੁਮਾਲ ਸੰਘਾਇਆ, ਇਹ ਪਤਾ ਲੱਗੇਗਾ। ਔਰਤ ਨੂੰ ਬੇਹੋਸ਼ ਕਰਕੇ ਆਗਰਾ ਜ਼ਬਰਦਸਤੀ ਲੈ ਗਏ ਅਤੇ ਉੱਥੇ ਉਸ ਨੂੰ ਦੇਹ ਵਪਾਰ ਦੇ ਵਿੱਚ ਧੱਕ ਦਿੱਤਾ। ਹੁਣ ਦੇਹ ਵਪਾਰ ਦੇ ਧੰਦੇ ਵਿੱਚ ਧੱਕਣ ਤੋਂ ਬਾਅਦ ਮਾਸੀ ਮਾਸੜ ਆ ਗਏ। ਉਸ ਔਰਤ ਨੇ ਜਿਹੜੀ ਕਹਾਣੀ ਦੱਸੀ ਆ ਉਹ ਕਹਿੰਦੀ ਮੈਨੂੰ ਉਸ ਥਾਂ ਦੇ ਉੱਤੋਂ 2 ਵਾਰ ਖਰੀਦਿਆ ਵੇਚਿਆ ਗਿਆ, ਪਰ ਕਹਿੰਦੀ ਮੇਰੀ ਚੰਗੀ ਕਿਸਮਤ ਸੀ, ਕਿਸੇ ਚੰਗੇ ਵਿਅਕਤੀ ਦੀ ਮਦਦ ਦੇ ਨਾਲ ਮੈਂ ਆਪਣੇ ਪਿੰਡ ਵਾਪਸ ਪਰਤਣ ਦੇ ਵਿੱਚ ਹੁਣ ਕਾਮਯਾਬ ਹੋ ਗਈ ਹਾਂ। ਇਸ ਔਰਤ ਦੇ ਚਚੇਰੇ ਭਰਾ ਨੇ ਦੱਸਿਆ ਕਿ ਅਸੀਂ ਸਾਰੇ ਪਰਿਵਾਰਕ ਮੈਂਬਰਾਂ ਨੇ ਆਪਣੀ ਭੈਣ ਦੀ ਖੋਜ ਬਹੁਤ ਕੀਤੀ ਸੀ ਪਰ ਸਾਨੂੰ ਕਿਤੇ ਨਹੀਂ ਸੀ ਮਿਲੀ। ਅਸੀਂ ਉਸ ਨੂੰ ਮਰਿਆ ਸਮਝ ਕੇ ਆਪਣੀ ਭੈਣ ਦਾ ਇੱਕ ਪੁਤਲਾ ਬਣਾ ਕੇ ਸੰਸਕਾਰ ਕਰ ਦਿੱਤਾ ਸੀ। ਇਸ ਦੁੱਖ ਦੇ ਕਾਰਨ ਉਹ ਕਹਿੰਦੇ ਇਸ ਸਾਡੀ ਭੈਣ ਦੀ ਇਸ ਖਬਰ ਨੂੰ ਸੁਣਨ ਤੋਂ ਬਾਅਦ ਇਹਦਾ ਬਾਪ ਵੀ ਇਸ ਦੁਨੀਆ ਤੋਂ ਚੱਲ ਵਸਿਆ ਸੀ ਅਤੇ ਮਾਂ ਪਹਿਲਾਂ ਮਰੀ ਹੋਈ ਸੀ। ਹੁਣ ਇਹ ਸਾਰੀ ਜੇਕਰ ਘਟਨਾ ਨੂੰ ਆਪਾਂ ਜਾਂਚੀਏ ਪੜਤਾਲੀਏ ਤਾਂ ਘੱਟੋ ਘੱਟ ਇਹ ਤਾਂ ਹੋਊਗਾ ਕਿ ਜੇਕਰ ਇੱਕ ਔਰਤ ਗੁੰਮ ਹੋ ਗਈ ਤੇ ਕੀ ਉਸ ਵਕਤ ਕਿਸੇ ਨੇ FIR ਦਰਜ ਨਹੀਂ ਕਰਵਾਈ? ਜੇ FIR ਜਾਂ ਪਰਚਾ ਦਰਜ ਹੋਇਆ ਸੀ ਫਿਰ ਇਹਦੀ ਜਾਂਚ ਪੜਤਾਲ ਕਿਉਂ ਨਹੀਂ ਕੀਤੀ ਗਈ? ਆਪਣੇ ਆਪ ਦੇ ਵਿੱਚ ਇਸ ਕੇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ, ਪਰ ਗਾਜ਼ੀਪੁਰ ਦੇ SP ਨੇ ਇਸ ਘਟਨਾ ਦੀ ਪੁਸ਼ਟੀ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ 4 ਸਾਲ ਬਾਅਦ ਇਹ ਔਰਤ ਆਪਣੇ ਘਰ ਵਾਪਸ ਵੀ ਪਰਤੀ ਹੈ।
ਉਹਦੇ ਨਾਲ ਇੱਕ ਛੋਟੀ ਬੱਚੀ ਵੀ ਹੈ ਅਤੇ ਅਸੀਂ ਕਾਨੂੰਨੀ ਕਾਰਵਾਈ ਕਰਦੇ ਹੋਏ ਦੋਸ਼ੀ ਜੋੜੇ ਨੂੰ, ਜਿਸ ਨੂੰ ਉਹ ਮਾਸੀ ਮਾਸੜ ਆਖ ਰਹੀ ਹੈ, ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਹੁਣ ਇਹਦੇ ਵਿੱਚ ਅੱਗੇ ਆਉਣ ਵਾਲੀਆਂ ਪਰਤਾਂ ਕਿਵੇਂ ਖੁੱਲਣਗੀਆਂ ਕਿ ਸੱਚਮੁੱਚ ਜਿਹੜੀ ਇਹ ਘਟਨਾ ਉਹ ਔਰਤ ਦੱਸ ਰਹੀ ਹੈ ਉਹਦੇ ਨਾਲ ਇੰਝ ਹੀ ਵਾਪਰਿਆ ਸੀ ਜਾਂ ਅਸਲ ਦੇ ਵਿੱਚ ਇਸ ਘਟਨਾ ਦੀ ਸੱਚਾਈ ਕੁਝ ਹੋਰ ਵੀ ਹੈ। ਅਗਲੀ ਖਬਰ, ਜਦੋਂ ਕਿਸਮਤ ਰੰਗ ਵਟਾਉਂਦੀ ਹੈ ਪਤਾ ਨਹੀਂ ਲੱਗਦਾ। ਕਹਿੰਦੇ ਜਦੋਂ ਇਨਸਾਨ ਦੀ ਕਿਸਮਤ ਸਾਥ ਦਿੰਦੀ ਹੈ ਤਾਂ ਰੱਬ ਉਸ ਨੂੰ ਛੱਤ ਪਾੜ ਕੇ ਦਿੰਦਾ ਹੈ। ਜਦੋਂ ਕਿਸਮਤ ਫੇਰ ਪਲਟਾ ਖਾਂਦੀ ਹੈ ਨਾ, ਰੱਬ ਥੱਪੜ ਮਾਰ ਕੇ ਖੋਹ ਲੈਂਦਾ। ਹੁਣ ਆਹ ਕਹਾਣੀ, ਆਹ ਘਟਨਾ ਲਗਭਗ ਆਹ 4 ਭਿਖਾਰੀਆਂ ਦੇ ਉੱਤੇ ਬਿਲਕੁਲ ਢੁਕਦੀ ਹੈ। ਫਰਾਂਸ ਦੇ ਬ੍ਰੈਸਟ ਸ਼ਹਿਰ ਦੇ ਵਿੱਚ ਇੱਕ ਲੋਟਰੀ ਦੀ ਦੁਕਾਨ ਦੇ ਬਾਹਰ ਕੁਝ ਮੰਗਣ ਵਾਲੇ, ਕੁਝ ਭਿਖਾਰੀ, ਕੁਝ ਮੰਗਤੇ ਬੇਘਰੇ ਲੋਕ ਸੀ 4। ਸ਼ਾਇਦ ਉਹਨਾਂ ਨੇ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਹੋਣਾ ਕਿ ਸਾਡੀ ਕਿਸਮਤ ਇੰਝ ਪਲਟਾ ਖਾ ਸਕਦੀ ਹੈ। ਲੋਟਰੀ ਦੀ ਦੁਕਾਨ ਦੇ ਬਾਹਰ ਇਹ ਰੋਜ਼ਾਨਾ ਮੰਗਣ ਵਾਸਤੇ ਬੈਠਦੇ ਸੀ। ਅਸਲ ਦੇ ਵਿੱਚ ਉਸ ਲੋਟਰੀ ਦੁਕਾਨ ਦੇ ਅੰਦਰ ਇੱਕ ਵੜਨ ਵਾਲੀ, ਦਾਨੀ ਆਖ ਸਕਦੇ ਹਾਂ, ਇੱਕ ਬੀਬੀ ਅੰਦਰ ਜਦੋਂ ਵੜਨ ਲੱਗੀ ਤੇ ਇਹਨਾਂ ਦੇ ਨਾਲ ਉਸਨੇ ਖੜ ਕੇ ਕੋਈ ਗੱਲਬਾਤ ਕੀਤੀ। ਨਾ ਤਾਂ ਭਿਖਾਰੀਆਂ ਨੂੰ ਪਤਾ ਸੀ, ਨਾ ਸ਼ਾਇਦ ਉਸ ਦਾਨੀ ਬੀਬੀ ਨੂੰ ਪਤਾ ਸੀ। ਉਹ ਅੰਦਰ ਗਈ, ਦੁਕਾਨ ਦੇ ਵਿੱਚੋਂ ਉਸਨੇ ਸਕ੍ਰੈਚ ਕਰਨ ਵਾਲੀ ਇੱਕ ਲੋਟਰੀ ਖਰੀਦੀ ਅਤੇ ਵਾਪਸ ਪਰਤਣ ਵੇਲੇ ਉਹ ਦਾਨੀ ਬੀਬੀ ਉਹ ਸਕ੍ਰੈਚ ਕਾਰਡ ਜਾਂ ਉਹ ਲੋਟਰੀ ਵਾਲਾ ਟਿਕਟ ਬਾਹਰ ਬੈਠੇ ਇਹਨਾਂ ਭਿਖਾਰੀਆਂ ਦੇ ਹੱਥ ਤੇ ਧਰ ਗਈ। ਥੋੜੇ ਦਿਨਾਂ ਤੋਂ ਬਾਅਦ ਚਾਰੇ ਦੋਸਤਾਂ ਨੂੰ ਪਤਾ ਲੱਗਿਆ ਕਿ ਇਸੇ ਹੀ ਕਾਰਡ ਤੇ ਜਿਹੜੀ ਉਹ ਦਾਨੀ ਬੀਬੀ ਸਾਨੂੰ ਦੇ ਕੇ ਗਈ ਹੈ 50,000 ਯੂਰੋ, ਉਹਦਾ ਜੈਕਪਾਟ ਲੱਗ ਚੁੱਕਿਆ। ਅਸਲ ਦੇ ਵਿੱਚ ਪਹਿਲਾਂ ਹੁਣ ਇੱਕ ਭਿਖਾਰੀ ਹੈ, ਇੱਕ ਮੰਗਤਾ, ਉਹਨੂੰ ਪਤਾ ਲੱਗੇ ਕਿ 50,000 ਯੂਰੋ ਅਸੀਂ ਜਿੱਤ ਚੁੱਕੇ ਹਾਂ, ਹੋਸ਼ ਉੜ ਗਏ। ਪਤਾ ਹੀ ਨਹੀਂ ਲੱਗਿਆ ਕਿ ਖੁਸ਼ੀ ਨੂੰ ਮਨਾਈਏ ਤਾਂ ਕਿਵੇਂ ਮਨਾਈਏ। ਫਰਾਂਸ ਦੇ ਲੋਟਰੀ ਆਪਰੇਟਰ ਨੇ ਉਹਨਾਂ ਨੇ ਇਹਨਾਂ ਨੂੰ ਜਾਣਕਾਰੀ ਦਿੱਤੀ ਕਿ ਤੁਸੀਂ ਹੁਣ ਭਾਈ ਬੇਘਰੇ ਨਹੀਂ ਰਹੇ, ਤੁਹਾਡੇ ਕੋਲ ਤੇ 50,000 ਯੂਰੋ ਦੀ ਤੁਸੀਂ ਲੋਟਰੀ ਜਿੱਤੀ ਬੈਠੇ ਹੋ। ਹੁਣ 30 ਕੁ ਸਾਲ ਦੀ ਲਗਭਗ ਉਮਰ ਦੇ ਇਹ ਤਿੰਨੇ ਆਦਮੀ ਅਤੇ ਇੱਕ ਇਹਨਾਂ ਦੇ ਨਾਲ ਔਰਤ ਸੀ, ਭੀਖ ਮੰਗਦੇ ਸੀ। ਹੁਣ ਦੁਕਾਨ ਦੇ ਵਿੱਚ ਜਾਣ ਵਾਲੀ ਬੀਬੀ ਜਾਂ ਦੁਕਾਨ ਦੇ ਵਿੱਚੋਂ ਲੋਟਰੀ ਖਰੀਦ ਕੇ ਇਹਨਾਂ ਦੀ ਮਦਦ ਕਰਨ ਵਾਲੀ ਬੀਬੀ ਆਪਣੇ ਆਪ ਦੇ ਵਿੱਚ ਨਵੀਂ ਤਰ੍ਹਾਂ ਦੀ ਇਹਨਾਂ ਨੂੰ ਭੀਖ ਦੇ ਕੇ ਗਈ। ਆਮ ਤੌਰ ਤੇ ਤੁਸੀਂ ਵੀ ਦੇਖਿਆ ਹੋਣਾ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਰੇਲਵੇ ਸਟੇਸ਼ਨਾਂ ਤੇ ਜਾਂ ਧਾਰਮਿਕ ਸਥਾਨਾਂ ਦੇ ਬਾਹਰ ਜਿਹੜੇ ਮੰਗਤੇ ਬੈਠ ਕੇ ਕੁਝ ਮੰਗਦੇ ਹੁੰਦੇ, ਜਾਂ ਤਾਂ ਉਹ ਕੁਝ ਖਾਣ ਪੀਣ ਨੂੰ ਮੰਗਦੇ ਆ, ਜਾਂ ਅਸੀਂ ਖਾਣ ਪੀਣ ਵਾਲੀ ਉਹਨਾਂ ਨੂੰ ਚੀਜ਼ ਦਿੰਦੇ ਆ, ਜਾਂ ਫਿਰ ਅਸੀਂ ਕੋਈ ਪੈਸਾ ਟਕਾ ਉਹਨਾਂ ਦੇ ਹੱਥ 'ਤੇ ਰੱਖ ਦਿੰਦੇ ਆ। ਪਰ ਕਦੇ ਲਾਟਰੀ ਖਰੀਦ ਕੇ ਕਿਸੇ ਭਿਖਾਰੀ ਦੇ ਕੋਈ ਮੰਗਤੇ ਦੇ ਹੱਥ ਵਿੱਚ ਦੇਵੇ, ਇਹ ਸ਼ਾਇਦ ਬਹੁਤੀ ਵਾਰ ਅਸੀਂ ਇੰਝ ਨਹੀਂ ਵੇਖਿਆ ਹੋਣਾ। ਪਹਿਲਾਂ ਪਹਿਲ ਇਹ ਭਿਖਾਰੀ ਦੱਸ ਰਹੇ ਨੇ ਕਿ ਸਾਨੂੰ ਲੱਗਿਆ ਕਿ ਸਾਨੂੰ ਸ਼ਾਇਦ 25,000 ਯੂਰੋ ਨਿਕਲਿਆ, ਪਰ ਬਾਅਦ ਦੇ ਵਿੱਚ ਜਦੋਂ ਅਸੀਂ ਲੋਟਰੀ ਵਾਲਿਆਂ ਕੋਲ ਗਏ, ਕਾਰਪੋਰੇਸ਼ਨ ਕੋਲ ਗਏ, ਉਹ ਕਹਿੰਦੇ ਨਹੀਂ 25 ਨਹੀਂ 50,000 ਯੂਰੋ ਤੁਹਾਨੂੰ ਨਿਕਲਿਆ। ਪਰ ਤੁਸੀਂ ਵੇਖੋ ਕਿ ਆਮ ਤੌਰ ਤੇ ਵੱਡੇ ਵੱਡੇ ਲੋਕਾਂ ਦਾ ਦੀਨ ਈਮਾਨ ਡੋਲ ਜਾਂਦਾ ਪੈਸੇ ਨੂੰ ਦੇਖ ਕੇ, ਧੇਲੇ ਨੂੰ ਦੇਖ ਕੇ। ਚਾਰਾਂ ਨੇ ਉਸ ਲੋਟਰੀ ਦੁਕਾਨ ਦੇ ਅੰਦਰ ਖੜ ਕੇ ਉਸ ਰਕਮ ਨੂੰ 4 ਬਰਾਬਰ ਹਿੱਸਿਆਂ ਦੇ ਵਿੱਚ ਵੰਡ ਲਿਆ ਤੇ ਮੁੜ ਕੇ ਲੋਟਰੀ ਦੁਕਾਨ ਵਾਲਿਆਂ ਨੂੰ ਦੱਸਣਾ ਕਿ ਉਸ ਦਿਨ ਤੋਂ ਬਾਅਦ ਅਸੀਂ ਇਹ ਚਾਰੇ ਮੰਗਤੇ ਜਿਹੜੇ ਉੱਥੇ ਰੋਜ਼ਾਨਾ ਬੈਠ ਕੇ ਭੀਖ ਮੰਗਦੇ ਸੀ, ਮੁੜ ਕੇ ਨਹੀਂ ਦੇਖੇ। ਸ਼ਾਇਦ ਉਹ ਚੰਗੀ ਜ਼ਿੰਦਗੀ ਜੀ ਰਹੇ ਹੋਣ, ਪਰ ਇਹ ਵੀ ਪਤਾ ਨਹੀਂ ਕਿ ਉਹ ਦਾਨੀ ਬੀਬੀ ਉਹਨਾਂ ਨੂੰ ਜਾਣਦੀ ਸੀ, ਪਹਿਚਾਣਦੀ ਸੀ। ਉਹ ਕਹਿੰਦੇ ਨਾ ਸਾਡੀ ਦੁਕਾਨ ਤੇ ਉਹ ਪਹਿਲਾਂ ਕਦੇ ਆਈ ਸੀ, ਨਾ ਕਦੇ ਉਹਦੇ ਤੋਂ ਬਾਅਦ ਉਸ ਬੀਬੀ ਨੂੰ ਅਸੀਂ ਦੇਖਿਆ। ਉਹ ਕਹਿੰਦੇ ਸਾਜੇ ਇਹ ਵੀ ਨਹੀਂ ਪਤਾ ਕਿ ਉਸ ਦਾਨੀ ਬੀਬੀ ਨੇ ਜਿਹੜੀ ਇਹ ਲੋਟਰੀ ਖਰੀਦ ਕੇ ਇਹਨਾਂ 4 ਭਿਖਾਰੀਆਂ ਦੇ ਹੱਥ 'ਤੇ ਰੱਖੀ ਸੀ, ਕਿ ਉਹਨੂੰ ਪਤਾ ਵੀ ਹੈ ਜਾਂ ਨਹੀਂ ਕਿ ਮੈਂ 4 ਲੋਕਾਂ ਦੀ ਜ਼ਿੰਦਗੀ ਬਦਲ ਚੁੱਕੀ ਹਾਂ। ਅਗਲੀ ਖਬਰ, ਆਮ ਤੌਰ ਤੇ ਤੁਸੀਂ ਵੇਖਿਆ ਕਿ ਨੋਟ 20 ਰੁਪਏ ਦਾ, 5 ਰੁਪਏ ਦਾ, 10 ਰੁਪਏ ਦਾ, ਹੁਣ ਅਸੀਂ ਨਾਰਥ ਅਮਰੀਕਾ ਵਿੱਚ ਦੇਖਦੇ ਹਾਂ ਜਾਂ ਬਹੁਤੇ ਮੁਲਕਾਂ ਦੇ ਵਿੱਚ ਵੱਡੇ ਤੋਂ ਵੱਡਾ ਨੋਟ 100 ਰੁਪਏ ਦਾ, ਪਰ ਭਾਰਤ ਦੇ ਵਿੱਚ 500 ਦਾ ਵੀ ਹੈ, 1000 ਦਾ ਵੀ ਹੈ, 2000 ਦਾ ਵੀ ਹੈ। ਪਰ ਆਹ ਇੱਕ ਮੁਲਕ ਹੈ ਜਿਹੜਾ ਹੁਣ ਨੋਟ ਛਾਪਣ ਜਾ ਰਿਹਾ ਤੇ 1 ਲੱਖ ਰੁਪਏ ਦਾ ਛਾਪਣ ਜਾ ਰਿਹਾ। ਹੁਣ ਇਹ ਮੁਲਕ ਕਿਹੜਾ ਹੈ? ਇਹਨੂੰ ਕਿਉਂ 1 ਲੱਖ ਰੁਪਏ ਦਾ ਨੋਟ ਛਾਪਣਾ ਪੈ ਰਿਹਾ? ਅਸਲ ਦੇ ਵਿੱਚ ਇਹ ਮੁਲਕ ਹੈ, ਕਦੇ ਤੇਲ ਨਾਲ ਬਹੁਤ ਅਮੀਰ ਮੁਲਕ ਸੀ। ਇਸ ਮੁਲਕ ਦਾ ਦੱਖਣੀ ਅਮਰੀਕੀ ਮੁਲਕ ਵੈਨਜ਼ੂਏਲਾ ਨਾਂ ਹੈ। ਅੱਜ ਕੱਲ੍ਹ ਇੱਥੇ ਬਹੁਤੇ ਲੋਕ ਭੁੱਖ ਦੀ ਮਰਨ ਦੀ ਨੌਬਤ ਦੇ ਨੇੜੇ ਤੇੜੇ ਨੇ। ਇਸ ਮੁਲਕ ਦੀ ਆਰਥਿਕ ਸਥਿਤੀ ਰੋਜ਼ਾਨਾ ਖਰਾਬ ਹੁੰਦੀ ਜਾ ਰਹੀ ਹੈ। ਮਹਿੰਗਾਈ ਦਾ ਆਲਮ ਇਹ ਹੈ ਕਿ ਲੋਕ ਬੈਗ ਅਤੇ ਬੋਰੀਆਂ ਭਰ ਕੇ ਨੋਟ ਲੈ ਕੇ ਜਾਂਦੇ ਆ ਤੇ ਹੱਥ ਵਿੱਚ ਟੰਗੇ ਲਿਫਾਫਿਆਂ ਦੇ ਵਿੱਚ ਸਮਾਨ ਖਰੀਦ ਕੇ ਲਿਆਉਂਦੇ ਆ। ਬਲੂਮਬਰਗ ਦੇ ਵਿੱਚ ਇੱਕ ਰਿਪੋਰਟ ਛਪੀ ਹੈ। ਇਸ ਰਿਪੋਰਟ ਦੇ ਮੁਤਾਬਕ ਇੰਨੇ ਵੱਡੇ ਡਿਵੈਲੂਏਸ਼ਨ ਦੇ ਕਾਰਨ ਇਹ ਮੁਲਕ ਹੁਣ ਵੱਡੇ ਮੁੱਲਾਂ ਵਾਲੇ ਨੋਟ ਛਾਪਣ ਦੀ ਯੋਜਨਾ ਬਣਾ ਰਿਹਾ। ਤੇ ਮੋਟ ਦਾ ਮੁੱਲ ਕਿੰਨਾ ਹੋਏਗਾ ਨੋਟ ਦਾ? 1 ਲੱਖ ਦਾ ਨੋਟ। ਵੈਨਜ਼ੂਏਲਾ ਦੇ ਅਧੀਨ ਇਹ ਛਾਪੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਵੈਨਜ਼ੂਏਲਾ ਦੀ ਸਰਕਾਰ 1 ਲੱਖ ਬੋਲੀਵਰ
ਇਹ ਬੋਲੀਵਰ ਉੱਥੋਂ ਦੀ ਕਰੰਸੀ ਦਾ ਨਾਂ ਹੈ। ਉਸ ਦਾ ਨੋਟ ਛਾਪਣ ਜਾ ਰਹੀ ਹੈ ਤੇ ਇਸ ਦੇ ਲਈ ਇਟਲੀ ਦੀ ਇੱਕ ਫਰਮ ਤੋਂ 71 ਟਨ ਸਿਕਿਉਰਿਟੀ ਪੇਪਰ ਦਾ ਆਯਾਤ ਵੀ ਕੀਤਾ ਗਿਆ ਹੈ। ਇਸ ਫਰਮ ਦਾ ਮਾਲਕੀ ਇਟਲੀ ਦੀ ਕੰਪਨੀ ਬੈਨ ਕੈਪੀਟਲ ਕੋਲ ਹੈ, ਜੋ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੂੰ ਸਿਕਿਉਰਿਟੀ ਪੇਪਰ ਨਿਰਯਾਤ ਕਰਦਾ ਹੈ। ਇਸ ਰਿਪੋਰਟ ਦੇ ਅਨੁਸਾਰ 1 ਲੱਖ ਦੇ ਨੋਟ ਦੇ ਵਿੱਚ ਹੁਣ ਮਾਮਲਾ ਜਾਂ ਮਸਾਲਾ ਲੋਕ ਕਿੰਨਾ ਕੁ ਘਰ ਨੂੰ ਲੈ ਆਉਣਗੇ। ਹੁਣ ਮਹਿੰਗਾਈ ਕਿੰਨੀ ਕੁ ਹੈ ਅੰਦਾਜ਼ਾ ਤੁਸੀਂ ਲਾਇਓ। 1 ਲੱਖ ਰੁਪਏ ਦੇ ਨੋਟ ਦੇ ਨਾਲ ਜਾਂ 1 ਲੱਖ ਰੁਪਏ ਦੀ ਕਰੰਸੀ ਨਾਲ ਵੈਨਜ਼ੂਏਲਾ ਦੇ ਲੋਕ ਆਪਣੇ ਘਰ ਨੂੰ ਹੁਣ ਕੋਈ ਟਰਾਲੀ ਰੇੜਾ ਜਾਂ ਗੱਡਾ ਭਰ ਕੇ ਸਮਾਨ ਨਹੀਂ ਲਿਆ ਸਕਦੇ। 1 ਲੱਖ ਰੁਪਏ ਨਾਲ ਸਿਰਫ ਕਹਿੰਦੇ ਅੱਧਾ ਕਿਲੋ ਚੌਲ ਮਿਲ ਜਾਣਗੇ। ਹੁਣ ਕਮਾਲ ਦੀ ਗੱਲ ਹੈ ਵੀ ਕਿੰਨੀ ਮਹਿੰਗਾਈ ਹੋਊਗੀ। ਤੇ ਇਹਦੀ ਜੇਕਰ ਕੀਮਤ ਲਾਈਏ ਤਾਂ 0.23 US ਡਾਲਰਾਂ ਦੇ ਬਰਾਬਰ ਹੈ। ਇੰਨੇ ਰੁਪਏ ਵਿੱਚ ਸਿਰਫ 2 ਕਿਲੋ ਆਲੂ ਜਾਂ ਅੱਧਾ ਕਿਲੋ ਚੌਲ ਖਰੀਦ ਸਕਣਗੇ। ਹੁਣ ਉੱਥੇ ਸਰਕਾਰ ਲੋਕਾਂ ਨੂੰ ਸਹੂਲਤ ਦੇਣ ਦੇ ਵਾਸਤੇ ਤਾਂ ਕਿ ਲੋਕਾਂ ਨੂੰ ਨੋਟ ਚੁੱਕਣੇ ਸੁਖਾਲੇ ਰਹਿਣ ਆ ਵੱਡੇ ਨੋਟ ਛਾਪਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਆਮ ਲੋਕ ਵੱਡੀ ਨਕਦੀ ਵਿੱਚ ਲਿਜਾ ਤਾਂ ਸਕਣ ਪਰ ਟਰਾਲੀਆਂ ਭਰ ਕੇ ਨੋਟ ਨਾ ਲਿਜਾਣੇ ਪੈਣ। ਹੁਣ ਵੈਨਜ਼ੂਏਲਾ ਦੀ ਜਿਹੜੀ ਅਰਥ ਵਿਵਸਥਾ ਲਗਾਤਾਰ 7ਵੇਂ ਸਾਲ ਮੰਦੀ ਦੇ ਵਿੱਚ ਧੱਕੀ ਜਾ ਰਹੀ ਹੈ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਸ ਸਾਲ ਦੇ ਅਖੀਰ ਤੱਕ ਇਸ ਮੁਲਕ ਵੈਨਜ਼ੂਏਲਾ ਦੀ ਅਰਥ ਵਿਵਸਥਾ 20% ਹੋਰ ਸੁੰਗੜ ਜਾਣੀ ਹੈ। ਭ੍ਰਿਸ਼ਟਾਚਾਰ ਵੀ ਇੱਥੇ ਅੰਤ ਆਉਂਦਾ, ਜਿਸ ਦੇ ਕਾਰਨ ਅਰਥ ਵਿਵਸਥਾ ਲਗਾਤਾਰ ਵੈਨਜ਼ੂਏਲਾ ਦੀ ਹੇਠਾਂ ਨੂੰ ਗਰਕਦੀ ਜਾ ਰਹੀ ਹੈ। ਉੱਥੇ ਤੁਹਾਨੂੰ ਪੈਦਲ ਚੱਲਣ ਲਈ ਵੀ ਰਿਸ਼ਵਤ ਦੇਣੀ ਪੈ ਸਕਦੀ ਹੈ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿੰਨੇ ਰਿਸ਼ਵਤਖੋਰ ਲੋਕ ਰਹਿੰਦੇ ਹੋਣਗੇ। ਲਗਾਤਾਰ ਵੈਨਜ਼ੂਏਲਾ ਦੀ ਅਰਥ ਵਿਵਸਥਾ ਇੰਨੀ ਕੁ ਗਰਕਦੀ ਜਾ ਰਹੀ ਹੈ, ਇੰਨੀ ਕੁ ਡਿੱਗਦੀ ਜਾ ਰਹੀ ਹੈ ਕਿ ਵੈਨਜ਼ੂਏਲਾ ਨੂੰ ਸੋਨਾ ਵੇਚ ਕੇ ਸਮਾਨ ਖਰੀਦਣਾ ਪੈ ਰਿਹਾ ਹੈ। ਵੈਨਜ਼ੂਏਲਾ ਵਿੱਚ ਲੱਖਾਂ ਲੋਕ ਨੇ ਜਿਨ੍ਹਾਂ ਨੂੰ ਰੋਜ਼ਾਨਾ ਭੁੱਖੇ ਸੌਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕੋਲ ਖਾਣ ਵਾਸਤੇ ਭੋਜਨ ਨਹੀਂ। ਇੱਕ ਹੋਰ ਰਿਪੋਰਟ ਮੈਂ ਵੇਖ ਰਿਹਾ ਸੀ, ਉਸ ਦੇ ਮੁਤਾਬਕ ਲਗਭਗ 7 ਲੱਖ ਲੋਕ ਅਜਿਹੇ ਨੇ ਜਿਨ੍ਹਾਂ ਕੋਲ 2 ਵਕਤੀ ਰੋਟੀ ਖਾਣ ਵਾਸਤੇ ਕੋਈ ਪੈਸਾ, ਕੋਈ ਧੇਲਾ, ਕੋਈ ਟਕਾ ਨਹੀਂ। ਯੂਨਾਈਟਿਡ ਨੇਸ਼ਨ ਫੂਡ ਪ੍ਰੋਗਰਾਮ ਏਜੰਸੀ ਨੇ ਫਰਵਰੀ ਮਹੀਨੇ ਆਖਿਆ ਸੀ ਕਿ ਵੈਨਜ਼ੂਏਲਾ ਦੇ ਹਰ 3 ਵਿੱਚੋਂ 1 ਨਾਗਰਿਕ ਕੋਲ ਭੋਜਨ ਖਾਣ ਵਾਸਤੇ ਮੌਜੂਦ ਨਹੀਂ। ਆ ਕਰੋਨਾ ਵਾਇਰਸ ਨੇ ਇਸ ਮੁਲਕ ਦੀ ਜਿਹੜੀ ਜ਼ਿੰਦਗੀ ਸੀ, ਹਾਲਾਤ ਸਨ, ਹੋਰ ਖਰਾਬ ਕਰ ਦਿੱਤੇ। ਇਸੇ ਕਰਕੇ ਵੈਨਜ਼ੂਏਲਾ ਦੀ ਇਸ ਰਿਪੋਰਟ ਦੇ ਮੁਤਾਬਕ ਸਾਲ 2013 ਤੋਂ ਬਾਅਦ ਲਗਭਗ 30 ਲੱਖ 3 ਮਿਲੀਅਨ ਲੋਕ ਨੇ ਜਿਹੜੇ ਆਪਣਾ ਮੁਲਕ ਛੱਡ ਕੇ ਗੁਆਂਢੀ ਮੁਲਕ ਬ੍ਰਾਜ਼ੀਲ ਵਿੱਚ ਚਲੇ ਗਏ, ਕੰਬੋਡੀਆ ਵਿੱਚ ਚਲੇ ਗਏ, ਇਕਵਾਡੋਰ ਵਿੱਚ ਚਲੇ ਗਏ, ਪੇਰੂ ਵਿੱਚ ਚਲੇ ਗਏ। ਲਗਾਤਾਰ ਇਸ ਮੁਲਕ ਨੂੰ ਛੱਡ ਕੇ ਲੋਕ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ। ਵੈਨਜ਼ੂਏਲਾ ਦੀ ਹਾਲਤ ਇੰਨੀ ਕੁ ਖਰਾਬ ਹੋ ਚੁੱਕੀ ਹੈ ਕਿ ਇਹਨਾਂ ਦੇਸ਼ਾਂ ਨੇ ਆਪਣੀ ਸਰਹੱਦ ਤੇ ਆਪਣੀ ਫੌਜ ਤਾਇਨਾਤ ਕਰ ਦਿੱਤੀ ਹੈ ਕਿ ਕੋਈ ਹੋਰ ਆ ਨਾ ਸਕੇ। ਅਸਲ ਦੇ ਵਿੱਚ ਦੁਨੀਆ ਦੇ ਕਿਸੇ ਮੁਲਕ ਦਾ ਉਜਾੜਾ ਕਿਵੇਂ ਹੁੰਦਾ, ਇਸ ਸਥਿਤੀ ਨੂੰ ਵੈਨਜ਼ੂਏਲਾ ਨੂੰ ਕਿਉਂ ਝੱਲਣਾ ਪੈ ਰਿਹਾ, ਜਿਹੜਾ ਇੱਕ ਅਮੀਰ ਮੁਲਕ ਸੀ, ਜਿਹਦੇ ਕੋਲ ਤੇਲ ਦੇ ਭੰਡਾਰ ਨੇ, ਜਿਹਦੇ ਕੋਲ ਸਾਊਦੀ ਅਰਬ ਤੋਂ ਵੀ ਜ਼ਿਆਦਾ ਤੇਲ, ਸੋਨੇ ਤੇ ਹੀਰੇ ਦੀਆਂ ਖਾਣਾਂ, ਪਰ ਅਰਥ ਵਿਵਸਥਾ ਤੇਲ ਤੇ ਟਿਕੀ ਹੋਈ ਸੀ। ਫਿਰ ਇੰਨਾ ਗਰੀਬ ਮੁਲਕ ਕਿਉਂ ਹੋ ਗਿਆ? ਕਿਉਂਕਿ ਸਰਕਾਰ ਦੀ 95% ਆਮਦਨੀ ਤੇਲ ਤੋਂ ਸੀ। ਅਸਲ ਦੇ ਵਿੱਚ ਸਾਨੂੰ ਲਗਭਗ 20-22 ਵਰ੍ਹੇ ਪਿੱਛੇ ਜਾਣਾ ਪਏਗਾ। 1998 ਦੇ ਵਿੱਚ ਰਾਸ਼ਟਰਪਤੀ ਬਣੇ ਉੱਥੇ ਹਿਊਗੋ ਸ਼ਾਵੇਜ਼। ਲੰਮੇ ਸਮੇਂ ਤੱਕ ਕੁਰਸੀ ਤੇ ਰਹਿਣ ਕਾਰਨ ਦੇਸ਼ ਦੇ ਸਿਸਟਮ ਦੇ ਵਿੱਚ ਤਮਾਮ ਉਹਨਾਂ ਬਦਲਾਅ ਵੀ ਕੀਤੇ, ਸਰਕਾਰੀ ਤੇ ਸਿਆਸੀ ਬਦਲਾਅ ਵੀ ਕੀਤੇ। ਇਹਦੇ ਤੋਂ ਇਲਾਵਾ ਰਾਸ਼ਟਰਪਤੀ ਸ਼ਾਵੇਜ਼ ਨੇ ਉਦਯੋਗਾਂ ਦਾ ਸਰਕਾਰੀਕਰਨ ਕੀਤਾ, ਪ੍ਰਾਈਵੇਟ ਸੈਕਟਰ ਤੇ ਲਗਭਗ ਉਹਨਾਂ ਹੱਲਾ ਬੋਲ ਦਿੱਤਾ। ਜਿੱਥੇ ਵੀ ਪੈਸੇ ਘਟੇ ਖੂਬ ਕਰਜ਼ ਦਿੱਤਾ ਵੀ ਤੇ ਕਰਜ਼ ਲਿਆ ਵੀ। ਲਗਾਤਾਰ ਉਹ ਕਰਜ਼ ਡੁੱਬਦਾ ਵੀ ਗਿਆ। ਤੇਲ ਕੰਪਨੀਆਂ ਤੋਂ ਪੈਸੇ ਲੈ ਕੇ ਜ਼ਰੂਰਤਮੰਦ ਤਬਕੇ ਦੀ ਖੁੱਲ੍ਹ ਕੇ ਉਹ ਮਦਦ ਵੀ ਕਰਦੇ ਰਹੇ ਤੇ ਖਰਚ ਵੀ ਕਰਦੇ ਰਹੇ। ਆਮ ਲੋਕਾਂ ਦੇ ਵਿੱਚ ਇਹ ਰਾਸ਼ਟਰਪਤੀ ਸ਼ਾਵੇਜ਼ ਮਸੀਹਾ ਦੇ ਤੌਰ ਤੇ ਜਾਣੇ ਜਾਣ ਲੱਗੇ। ਪਰ ਵੈਨਜ਼ੂਏਲਾ ਦੀ ਇਕਨੋਮੀ ਹੇਠਾਂ ਆਉਣੀ ਸ਼ੁਰੂ ਹੋ ਗਈ। ਇੰਜ ਵਿਗੜੇ ਹਾਲਾਤ ਸਾਲ 2013 ਵਿੱਚ ਸ਼ਾਵੇਜ਼ ਨੇ ਮਾਦੂਰੋ ਨੂੰ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਤੇ ਜਿਨ੍ਹਾਂ ਨੂੰ ਵਿਰਾਸਤ ਵਿੱਚ ਕਰਜ਼ ਮਿਲਿਆ ਹੋਵੇ ਤੇ ਕਰ ਕੀ ਸਕਦੇ ਆ। ਸਿਆਸਤ ਨੇ ਇਸ ਤਰ੍ਹਾਂ ਦਾ ਡੋਲਾ ਖਾਧਾ ਕਿ ਅੱਜ ਤੱਕ ਵੈਨਜ਼ੂਏਲਾ ਮੁੜ ਕੇ ਉੱਠ ਨਹੀਂ ਸਕਿਆ। ਲੋਕ ਭੁੱਖੇ ਸੌਣ ਵਾਸਤੇ ਮਜਬੂਰ ਨੇ। ਕਰੰਸੀ ਲਗਾਤਾਰ ਡਿੱਗ ਰਹੀ ਹੈ ਅਤੇ ਸਰਕਾਰ ਮਹਿੰਗਾਈ ਨੂੰ ਤਾਂ ਹੁਣ ਰੋਕ ਨਹੀਂ ਸਕਦੀ। ਇਸ ਵਾਸਤੇ ਲੋਕਾਂ ਨੂੰ ਤਾਂ ਕਿ ਟਰਾਲੀਆਂ ਭਰ ਭਰ ਕੇ ਕਿਸੇ ਚੀਜ਼ ਨੂੰ ਖਰੀਦਣ ਵਾਸਤੇ ਪੈਸੇ ਨਾ ਲਿਜਾਣੇ ਪੈਣ, ਇਸ ਕਰਕੇ ਹੁਣ 1 ਲੱਖ ਰੁਪਏ ਦਾ ਨੋਟ ਛਾਪਣ ਵਾਸਤੇ ਮਜਬੂਰ ਹੋਣ ਲੱਗੀ ਹੈ। ਉਮੀਦ ਹੈ ਕਿ ਅੱਜ ਦੀਆਂ ਇਹ ਜਾਣਕਾਰੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ।
ਸੋ ਜੇਕਰ ਤੁਹਾਨੂੰ ਸਾਡੀਆਂ ਇਹ ਖਬਰਾਂ ਚੰਗੀਆਂ ਲੱਗੀਆਂ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ। ਤੇ ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ ਤਾਂ ਕਿ ਆਪਣੀ ਰੋਜ਼ਾਨਾ ਦੀ ਮੁਲਾਕਾਤ ਇਸੇ ਤਰੀਕੇ ਰੋਜ਼ਾਨਾ ਹੁੰਦੀ ਰਹੇ। ਹੁਣ ਜਾਣ ਦਾ ਸਮਾਂ, ਪਰ ਜਾਣ ਤੋਂ ਪਹਿਲਾਂ ਕਹਾਂਗੇ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।